ਹੁਣ ਅਗਲਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਉਹ ਕਿਹੜੀ ਵਿਚਾਰਧਾਰਾ ਹੈ। ਵੀਰ ਜੀ ਨੇ ਕਿਹਾ ਸੀਗਾ ਸੰਤ ਜਰਨੈਲ ਸਿੰਘ ਉਹਨਾਂ ਦੇ ਬਾਰੇ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਪਰ ਜਦੋਂ ਸੰਤ ਜਰਨੈਲ ਸਿੰਘ ਆਪਣੇ ਆਪ ਨੂੰ ਇਸ ਵਰਤਾਰੇ ਦੇ ਵਾਸਤੇ ਮਾਨਸਿਕ ਤੌਰ 'ਤੇ ਤਿਆਰ ਕਰਦੇ ਨੇ ਤੇ ਪੰਜਾਬ ਦੀਆਂ ਮੰਗਾਂ ਤਾਂ ਉਹੀ ਨੇ ਜਿਹੜੀਆਂ ਅਕਾਲੀ ਦਲ ਵਾਸਤੇ ਨੇ, ਪੰਜਾਬ ਦੀਆਂ ਮੰਗਾਂ ਉਹੀ ਨੇ ਜਿਹੜੀਆਂ ਸੰਤ ਜਰਨੈਲ ਸਿੰਘ ਦੇ ਵਾਸਤੇ ਨੇ। ਪਰ ਦੋਵਾਂ ਦੇ ਵਿੱਚ ਅੰਤਰ ਕੀ ਹੈ? ਦੋਵੇਂ ਮੰਗਾਂ ਨੂੰ ਕਿਸ ਪ੍ਰਿਜ਼ਮ ਦੇ ਵਿੱਚੋਂ ਵੇਖਦੇ ਨੇ। ਜਿਹੜੇ ਸਾਇੰਸ ਦੇ ਵਿਦਿਆਰਥੀ ਉਹ ਸਮਝਦੇ ਹੋਣਗੇ ਕਿ ਜਦੋਂ ਅਸੀਂ ਰੌਸ਼ਨੀ ਦੇ ਰੰਗ ਵੇਖਣੇ ਹੁੰਦੇ ਤੇ ਪ੍ਰਿਜ਼ਮ ਦੇ ਵਿੱਚੋਂ ਦੀ ਲਗਾਉਂਦੇ ਆ ਤੇ ਫਿਰ ਅਸੀਂ ਦੱਸਦੇ ਹਾਂ ਵੀ ਬਗੈਰ ਬਣਦਾ ਹੈ ਕਿ ਜਿਹੜੀ ਚਿੱਟੀ ਰੋਸ਼ਨੀ ਆ 7 ਰੰਗਾਂ ਤੋਂ ਬਣੀ ਹੁੰਦੀ ਹੈ। ਦਰਅਸਲ ਕਿਸੇ ਵੀ ਸ਼ਖਸੀਅਤ ਦਾ ਅਧਿਐਨ ਕਰਨ ਦੇ ਵਾਸਤੇ ਸਾਨੂੰ ਵੀ ਇਤਿਹਾਸ ਦੇ ਪ੍ਰਿਜ਼ਮ ਦੇ ਵਿੱਚੋਂ ਉਸ ਸ਼ਖਸੀਅਤ ਨੂੰ ਲਗਾ ਕੇ ਵੇਖਣਾ ਪੈਂਦਾ ਹੈ ਕਿ ਉਹਦਾ ਬਹੁ-ਦਿਸ਼ਾਵੀ ਚਿੰਤਨ ਕੀਤਾ ਜਾਵੇ ਕਿ ਉਹਦੀ ਸ਼ਖਸੀਅਤ ਦੇ ਰੰਗ ਕਿੰਨੇ ਨੇ। ਹੁਣ ਜਦੋਂ ਜਗਦੇਵ ਸਿੰਘ ਤਲਵੰਡੀ ਕਹਿੰਦੇ ਨੇ ਕਿ ਇਹ ਅਨਪੜ੍ਹ ਸਾਧ ਹੈ, ਇਹ ਕੌਮ ਨੂੰ ਕੀ ਚੇਤਨਤਾ ਦੇ ਸਕਦਾ ਹੈ, ਤੇ ਇਹਦੇ ਵਿੱਚ ਉਹਦੀ ਪੰਜਾਬ ਦੀ ਰਾਜਨੀਤੀ ਦੇ ਪ੍ਰਤੀ ਕੇਵਲ ਤੇ ਕੇਵਲ ਇੱਕ ਛੋਟੀ ਜਿਹੀ ਅਕੈਡਮਿਕ ਪਰਸੈਪਸ਼ਨ ਹੈ। ਹੁਣ ਉਹ ਅਕੈਡਮਿਕ ਪਰਸੈਪਸ਼ਨ ਕੀ ਹੁੰਦੀ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਕੈਡਮਿਕ ਪਰਸੈਪਸ਼ਨ ਦੇ ਵਿੱਚ ਜਿੰਨੀ ਕੁ ਸਾਡੀ ਸੋਚ ਹੁੰਦੀ ਹੈ, ਅਸੀਂ ਆਪਣੇ ਵਿਰੋਧੀ ਦੀ ਸੋਚ ਨੂੰ ਉਸ ਨਜ਼ਰੀਏ ਦੇ ਵਿੱਚ ਰੱਖ ਕੇ ਹੀ ਉਹਦਾ ਚਿੰਤਨ ਕਰਦੇ ਹਾਂ। ਮਿਸਾਲ ਦੇ ਤੌਰ ਤੇ ਮੋਹਨਦਾਸ ਕਰਮਚੰਦ ਗਾਂਧੀ ਨੇ ਇੱਕ ਵਾਰੀ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਭੁੱਲੜ ਦੇਸ਼ ਭਗਤ ਹੈ। ਹੁਣ ਕੀ ਕਾਰਨ? ਦਰਅਸਲ ਉਹਦੇ ਪਿੱਛੇ ਉਸ ਦਾ ਜਿਹੜਾ ਆਇਨ ਹੈ ਉਸ ਨੂੰ ਸਮਝਣਾ ਪਵੇਗਾ ਕਿ ਮੋਹਨਦਾਸ ਕਰਮਚੰਦ ਗਾਂਧੀ ਦੇ ਵਾਸਤੇ ਸੰਘਰਸ਼ ਕੇਵਲ ਇੱਥੋਂ ਤੱਕ ਸੀਮਤ ਹੈ ਕਿ ਚਰਖਾ ਚਲਾ ਕੇ ਆਜ਼ਾਦੀ ਲਈ ਜਾ ਸਕਦੀ ਹੈ। ਉਹ ਉਹਦੇ ਸੁਰਤ ਮੰਡਲ ਤੋਂ ਬਾਹਰ ਦੀ ਗੱਲ ਹੈ ਕਿ ਕੋਈ ਐਸਾ ਰਹਿਬਰ ਵੀ ਹੋ ਸਕਦਾ ਹੈ ਜਿਹੜਾ ਕੌਮ ਦੀ ਆਜ਼ਾਦੀ ਦੇ ਵਾਸਤੇ ਆਪਣੇ 4 ਪੁੱਤਰਾਂ ਦੇ ਸਿਰ ਆਪਣੀ ਕੌਮ ਦੀ ਝੋਲੀ 'ਚ ਪਾ ਕੇ ਇਹ ਗੱਲ ਕਹਿ ਸਕਦਾ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸੁਤ 4 ਮੋਏ ਤੋਂ ਕਿਆ ਪਿਆ, ਜੀਵਤ ਕਈ ਹਜ਼ਾਰ। ਹੁਣ ਉਹਦੇ ਵਿੱਚ ਉਹਦਾ ਜਿਹੜਾ ਆਇਨ ਹੈ, ਉਹਦਾ ਜਿਹੜਾ ਸੋਚ ਹੈ, ਉਹਦੀ ਸੁਰਤ ਮੰਡਲ ਦਾ ਪੈਰਾਮੀਟਰ ਹੀ ਉਹਨਾਂ ਕੇ, ਮਿਆਰ ਹੀ ਉਹਨਾਂ ਕੇ। ਉਹਨੂੰ ਨਹੀਂ ਪਤਾ ਕਿ ਇਹ ਵਰਤਾਰਾ ਇਸ ਤਰ੍ਹਾਂ ਵੀ ਰੂਹਾਨੀ ਮੰਡਲ 'ਚ ਵਾਪਰਦਾ ਹੈ। ਪਰ ਜਿਹੜੇ ਰੂਹਾਨੀਅਤ ਦੇ ਨਾਲ ਜੁੜੇ ਹੁੰਦੇ ਨੇ, ਜਦੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦਾ ਅਧਿਐਨ ਕਰਦੇ ਨੇ, ਬੇਸ਼ੱਕ ਉਹ ਵੀ ਸਾਡੇ ਧਰਮ ਦੇ ਨਹੀਂ, ਗੈਰ ਸਿੱਖ ਇਤਿਹਾਸਕਾਰ ਨੇ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ, ਪਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਨੂੰ ਵੇਖਦੇ ਨੇ ਤਾਂ ਉਹਨਾਂ ਦੇ ਪਿੱਛੇ ਆਪਣੀ ਕੌਮ ਦਾ ਇਤਿਹਾਸ ਖੜਾ ਹੈ। ਉਹਨਾਂ ਦੇ ਪਿੱਛੇ ਹਜ਼ਰਤ ਮੁਹੰਮਦ ਸਾਹਿਬ ਦੀ ਘਾਲਣਾ ਖੜੀ ਹੈ। ਉਹਨਾਂ ਦੇ ਪਿੱਛੇ ਹਜ਼ਰਤ ਹਸਨ ਤੇ ਹੁਸੈਨ ਦੀਆਂ ਸ਼ਹਾਦਤਾਂ ਨੇ। ਉਹਨਾਂ ਦੇ ਇਤਿਹਾਸ ਦੇ ਪਿੱਛੇ ਹਜ਼ਰਤ ਅਲੀ ਦੀ ਸ਼ਹਾਦਤ ਹੈ। ਉਹਨਾਂ ਦੇ ਪਿੱਛੇ ਹਜ਼ਰਤ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਦੀ ਸ਼ਹਾਦਤ ਹੈ। ਜਦੋਂ ਉਹ ਆਪਣੇ ਆਇਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦੇ ਨੇ ਤੇ ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਰਤਾਰ ਕੀ ਸੁਗੰਧ ਹੈ, ਨਾਨਕ की कसम है, जितनी भी हो तारीफ गुरु गोबिंद की वो कम है। हर चंद मेरे हाथ में पुरजोर कलम है, सतगुर के लिखूं वस्फ कहाँ ताबे रकम है। एक आँख से क्या बुलबुला कुल बहर को देखे, सागर को मझधार को ਜਾਂ ਲਹਿਰ को देखे। ਹੁਣ ਇਹ ਹੈ ਜਿਨ੍ਹਾਂ ਦੇ ਕੋਲ ਸੋਲ ਪਰਸੈਪਸ਼ਨ ਹੁੰਦੀ ਹੈ। ਹੁਣ ਸਾਡੇ ਸਿੱਖ ਹੋਣ ਦੇ ਬਾਵਜੂਦ ਅਕਾਲੀ ਦਲ ਜਦੋਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਆਪਣੀ ਵਿਚਾਰਧਾਰਾ ਦੇ ਨਜ਼ਰੀਏ 'ਚ ਆਪਦੇ ਨੇ ਤੇ ਉਹਨਾਂ ਦੇ ਸਾਹਮਣੇ ਜਿਹੜਾ ਸਰੂਪ ਹੈ ਨਾ, ਉਹ ਸੋਚਦੇ ਨੇ ਸੰਤ ਫਤਿਹ ਸਿੰਘ ਜਿੰਨਾ, ਕਿ ਵੱਧ ਤੋਂ ਵੱਧ ਇਸ ਸੰਤ ਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਣ ਦਾ ਜਿਹੜਾ ਮਿਆਰ, ਕਾਰਨ ਜਾਂ ਇਹਦਾ ਜਿਹੜਾ ਰੂਪ ਹੈ, ਉਹ ਇੱਥੋਂ ਤੱਕ ਹੀ ਸੀਮਤ ਹੋਵੇਗਾ ਕਿ ਪੰਜਾਬ ਦੀਆਂ ਮੰਗਾਂ ਦੇ ਪ੍ਰਤੀ ਨੌਜਵਾਨੀ ਦੇ ਜਜ਼ਬਾਤ ਜਿਹੜੇ ਨੇ ਉਹ ਉਤੇਜਿਤ ਕੀਤੇ ਜਾਣ, ਆਪ ਬਤੌਰ ਲੀਡਰ ਉੱਭਰਿਆ ਜਾਵੇ ਤੇ ਸੰਤ ਫਤਿਹ ਸਿੰਘ ਵਾਂਗੂ ਜੂਸ ਪੀਣ ਦਾ ਜਾਂ ਕਦੀ ਮਰਨ ਦਾ ਬਹਾਨਾ ਲਾ ਕੇ ਸਮੁੱਚੀ ਕੌਮ ਦਾ ਸ਼ੋਸ਼ਣ ਕੀਤਾ ਜਾਵੇ। ਕਿਉਂਕਿ ਉਹਨਾਂ ਦੇ ਨਜ਼ਰੀਏ ਦੇ ਵਿੱਚ ਜਿਹੜਾ ਸੰਤ ਫਤਿਹ ਸਿੰਘ ਦਾ ਰੂਪ ਹੈ, ਉਹ ਸਾਧ ਦੇ ਰੂਪ 'ਚ ਸੰਤ ਜਰਨੈਲ ਸਿੰਘ 'ਚ ਉਹੀ ਸਿਰਜ ਰਹੇ ਨੇ। ਪਰ ਹੁਣ ਜਾਇਸ ਪੈਟੀਗਰੂ ਕੀ ਕਹਿੰਦੀ ਹੈ? ਉਸਨੇ ਸਾਰੇ ਵਰਤਾਰੇ ਦਾ ਅਧਿਐਨ ਕੀਤਾ ਹੈ। ਉਹ ਕਹਿੰਦੀ ਹੈ ਕਿ ਇਹ ਬਹੁਤ ਸੌਖਾ ਹੁੰਦਾ ਹੈ। ਇਹਨਾਂ ਸ਼ਬਦਾਂ ਨੂੰ ਸਮਝੋ। ਤੁਸੀਂ ਆਪਣੇ ਸ਼ਹਿਰ ਦੇ ਵਿੱਚ ਵੇਖ ਲਓ, ਕੋਈ ਛੋਟਾ ਜਿਹਾ ਮੁੱਦਾ ਖੜਾ ਹੁੰਦਾ ਹੈ, ਮੁਹੱਲੇ ਦੇ 4 ਲੋਕ ਇਕੱਠੇ ਹੁੰਦੇ ਨੇ, ਉਹਨਾਂ 4 ਲੋਕਾਂ ਦੇ ਵਿੱਚ ਮੋਬਾਈਲ ਫੜ ਕੇ ਬੋਲਣ ਵਾਲਾ ਲੀਡਰ ਬਣ ਜਾਂਦਾ ਹੈ। ਅਕਸਰ ਇੰਝ ਹੁੰਦਾ ਹੈ। ਉਸ ਮੁਹੱਲੇ ਦਾ ਲੀਡਰ ਸਵੀਕਾਰਿਆ ਜਾਂਦਾ, ਨਹੀਂ ਜੀ ਇਸ ਮੁੱਦੇ ਦੇ ਉੱਪਰ ਫਲਾਣੇ ਨੇ ਲਾਈਵ ਹੋ ਕੇ ਬਹੁਤ ਵਧੀਆ ਦੱਸਿਆ।
ਉਹ ਕਹਿੰਦੀ ਬਹੁਤ ਸੌਖਾ ਹੁੰਦਾ ਹੈ ਕਿ ਕਿਸੇ ਚੱਲ ਰਹੀ ਲਹਿਰ ਦੇ ਮੁੱਦਿਆਂ ਨੂੰ ਲੈ ਕੇ ਲੀਡਰ ਬਣ ਜਾਣਾ, ਪਰ ਬਹੁਤ ਔਖਾ ਹੁੰਦਾ ਹੈ ਕਿ ਜਦੋਂ ਕੌਮ ਦੇ ਵਿੱਚ ਕੋਈ ਚੇਤਨਤਾ ਹੀ ਨਾ ਹੋਵੇ, ਉਸ ਚੇਤਨਤਾ ਨੂੰ ਉਭਾਰਨਾ, ਕੌਮ ਦੇ ਵਿੱਚ ਇੱਕ ਕੌਨਸ਼ੀਅਸਨੈਸ ਨੂੰ ਜਨਮ ਦੇਣਾ। ਹੁਣ ਇਹ ਸਾਰੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਇਹ ਬੜੇ ਅਹਿਮ ਤੱਥ ਨੇ। ਬਹੁਤ ਔਖਾ ਹੁੰਦਾ ਹੈ ਕਿ ਕਿਸੇ ਅਚੇਤ ਕੌਮ ਦੇ ਵਿੱਚ ਚੇਤਨਤਾ ਨੂੰ ਜਨਮ ਦੇਣਾ, ਕੌਨਸ਼ੀਅਸ, ਫਿਰ ਉਸ ਕੌਨਸ਼ੀਅਸ ਨੂੰ ਸਮੂਹਿਕ ਚੇਤਨਤਾ ਬਣਾ ਦੇਣਾ, ਕਲੈਕਟਿਵ ਕੌਨਸ਼ੀਅਸਨੈਸ, ਫਿਰ ਉਹਦੇ ਵਿੱਚੋਂ ਇੱਕ ਐਜੀਟੇਸ਼ਨ ਨੂੰ ਸਿਰਜ ਦੇਣਾ, ਲਹਿਰ ਬਣਾ ਦੇਣੀ, ਤੇ ਲਹਿਰ ਨੂੰ ਸਟਰਗਲ ਦਾ ਰੂਪ ਦੇ ਦੇਣਾ, ਇੱਕ ਸੰਘਰਸ਼ ਬਣਾ ਦੇਣਾ, ਤੇ ਸੰਘਰਸ਼ ਦਾ ਜਿਹੜਾ ਪੱਧਰ ਹੈ ਉਹਦਾ ਇੰਪੈਕਟ ਜਿਹੜਾ ਉਹ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਇੰਨਾ ਵੱਡਾ ਹੋਣਾ ਕਿ ਉਹਦੇ ਚੋਂ ਮਿਊਟੀਨੇਸ਼ਨ ਪੈਦਾ ਹੋ ਜਾਣੀ। ਫੌਜ ਨੇ ਬਗਾਵਤ ਕੀਤੀ। ਉਹ ਕਹਿੰਦੀ ਕਿ ਜੇਕਰ ਇਹ ਚੀਜ਼ਾਂ ਨੇ ਤਾਂ ਇਹ ਇਤਿਹਾਸ ਦੇ ਵਿੱਚ ਸੰਤ ਜਰਨੈਲ ਸਿੰਘ ਹੀ ਕਰ ਸਕਿਆ। ਅਚੇਤ ਕੌਮ ਦੇ ਵਿੱਚ ਚੇਤਨਤਾ ਨੂੰ ਪੈਦਾ ਕਰਨਾ, ਚੇਤਨਤਾ ਨੂੰ ਸਮੂਹਿਕ ਚੇਤਨਤਾ 'ਚ ਬਦਲਣਾ, ਉਹਨੂੰ ਇੱਕ ਲਹਿਰ ਦਾ ਰੂਪ ਦੇਣਾ, ਇੱਕ ਵੱਡਾ ਸੰਘਰਸ਼ ਅਰਪਣਾ, ਤੇ ਐਸਾ ਸੰਘਰਸ਼ ਦੁਨੀਆ ਦੇ ਨਕਸ਼ੇ ਦੇ ਉੱਪਰ ਪੇਸ਼ ਕਰ ਦੇਣਾ ਕਿ ਜਿਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਸੰਤ ਜਰਨੈਲ ਸਿੰਘ ਇੱਕ ਨਾਇਕ ਬਣ ਕੇ ਉੱਭਰਦੇ ਨੇ। ਸੋ ਅਸੀਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਅਧਿਐਨ ਇਸ ਵਿਚਾਰਧਾਰਾ ਦੇ ਵਿੱਚ ਕਰਨਾ ਹੈ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਵੱਖ-ਵੱਖ ਲੋਕ ਵੱਖ-ਵੱਖ ਆਇਨ ਸਿਰਜਦੇ ਨੇ ਆਪਣੀ ਮਾਨਸਿਕ ਬੁੱਧੀ ਦੇ ਅਨੁਸਾਰ, ਪਰ ਅਸੀਂ ਇਹ ਵੇਖਣਾ ਹੈ ਕਿ ਸਮੁੱਚੀ ਕੌਮ ਦੇ ਵਿੱਚ ਜਿਹੜੀ ਚੇਤਨਤਾ ਸੰਤ ਜਰਨੈਲ ਸਿੰਘ ਹੁਣਾਂ ਨੇ ਪੈਦਾ ਕੀਤੀ ਹੈ ਉਹ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਔਰ ਇਹ ਜਿਹੜਾ ਸੰਘਰਸ਼ ਹੈ ਇਹ ਸਭ ਤੋਂ ਔਖਾ ਸੀ। ਜੇਕਰ ਤੁਸੀਂ ਸਾਰੇ ਇਤਿਹਾਸ ਦੇ ਨਜ਼ਰੀਏ ਦੇ ਵਿੱਚ ਵੇਖੋ ਤੇ ਇਹ ਸੰਘਰਸ਼ ਆਜ਼ਾਦੀ ਦੀ ਜੰਗ ਤੋਂ ਵੀ ਔਖਾ ਸੀ। ਆਜ਼ਾਦੀ ਦੀ ਜੰਗ ਦੇ ਵਿੱਚ ਤੁਹਾਡਾ ਦੁਸ਼ਮਣ ਡਿਫਾਈਨ ਕੀਤਾ ਸੀ, ਤੁਸੀਂ ਦੁਸ਼ਮਣ ਨੂੰ ਪਰਿਭਾਸ਼ਿਤ ਕੀਤਾ ਸੀ ਕਿ ਗੋਰੇ ਸਾਡੇ ਦੁਸ਼ਮਣ ਨੇ। ਉਹ ਵਿਦੇਸ਼ੀ ਸੀ, ਉਹਦੇ ਨਾਲ ਤੁਹਾਡਾ ਰੰਗ ਭੇਦ ਦਾ, ਜਾਤੀ ਨਸਲ ਦਾ ਮਸਲਾ ਸੀ, ਔਰ ਜਿੰਨੀ ਵੀ ਉਹਦੀ ਇੱਥੇ ਫੌਜ ਤੇ ਪੁਲਿਸ ਸੀ ਉਹ ਇੱਥੋਂ ਦੀ ਹਿੰਦੁਸਤਾਨੀ ਸੀ, ਔਰ ਉਹ ਸਾਰੀ ਹਿੰਦੁਸਤਾਨੀ ਫੌਜ ਤੇ ਪੁਲਿਸ ਕਿਤੇ ਨਾ ਕਿਤੇ ਉਸ ਸਮੇਂ ਦੇ ਜਿਹੜੇ ਇਨਕਲਾਬੀ ਲੋਕ ਸੀ ਉਹਨਾਂ ਦੇ ਨਾਲ ਹਮਦਰਦੀ ਵੀ ਰੱਖਦੀ ਸੀ, ਔਰ ਦੁਸ਼ਮਣ ਦੀ ਗਿਣਤੀ ਬਹੁਤ ਘੱਟ ਸੀ। ਹੁਣ ਇੱਥੇ ਸਾਰਾ ਹੀ ਵਰਤਾਰਾ ਉਲਟ ਹੈ, ਇੱਥੇ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਹੈ, ਤੇ ਖਾਸ ਕਰਕੇ ਪੁਲਿਸ, ਫੌਜ ਔਰ ਜਿੰਨੀਆਂ ਵੀ ਸਰਕਾਰ ਦੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਇੱਕ ਜੀਨੋਸਾਈਡਲ ਇੰਪਲਸ ਪੈਦਾ ਕੀਤੀ ਗਈ ਹੈ ਸਾਰੇ ਵਰਤਾਰੇ ਦੇ ਖਿਲਾਫ। ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਸ ਗੱਲ ਨੂੰ ਭਰਿਆ ਪਿਆ ਹੈ ਕਿ ਇਹ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਸਭ ਤੋਂ ਵੱਡਾ ਖਤਰਾ ਹੈ, ਔਰ ਪੰਜਾਬ ਦਾ ਇੱਕ ਖਾਸ ਭਾਈਚਾਰਾ ਜਿਹੜਾ ਗੈਰ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਇਹ ਸ਼ਬਦ ਭਰ ਦਿੱਤੇ ਗਏ ਕਿ ਇਹ ਤੁਹਾਡਾ ਵੈਰੀ ਹੈ। ਸੋ ਇਹ ਜਿਹੜਾ ਮੀਡੀਆ ਦੇ ਵੱਲੋਂ ਇਹ ਸਾਰਾ ਵਰਤਾਰਾ, ਇਸ ਤਰ੍ਹਾਂ ਦੇ ਜਿਹੜੇ ਬਿੰਬ ਸਿਰਜੇ ਗਏ, ਉਹਨਾਂ ਬਿੰਬਾਂ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਵਾਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਅਸਲੀਅਤ ਨਹੀਂ ਸੀ। ਵੇਖੋ, ਸਭ ਤੋਂ ਵੱਡੀ ਗੱਲ ਹੁੰਦੀ ਹੈ, ਤੁਸੀਂ ਸੰਤ ਜਰਨੈਲ ਸਿੰਘ ਹੁਣਾਂ ਦੇ ਲੈਕਚਰ ਸੁਣੋ, ਉਹਨਾਂ ਦੇ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆਵੇਗੀ ਕਿ ਮੀਡੀਆ ਪ੍ਰਤੀ ਉਹਨਾਂ ਨੂੰ ਨਿਰਾਸ਼ਾ ਹੈ। ਉਹ ਮੀਡੀਆ ਤੋਂ ਨਾਰਾਜ਼ ਨੇ, ਔਰ ਬੜੇ ਵਿਖਿਆਨਾਂ ਦੇ ਵਿੱਚ ਕਹਿੰਦੇ ਨੇ ਕਿ ਉਹ ਬਿਆਨ ਛਾਪੇ ਜਾਂਦੇ ਨੇ ਜਿਹੜੇ ਮੈਂ ਕਹੇ ਹੀ ਨਹੀਂ ਹੁੰਦੇ, ਤੇ ਜਿਹੜੇ ਮੈਂ ਕਹੇ ਹੁੰਦੇ ਨੇ ਉਹਨਾਂ ਨੂੰ ਗਲਤ ਰੂਪ 'ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਗਲਤ ਰੂਪ 'ਚ ਪੇਸ਼ ਕੀਤਾ ਜਾਂਦਾ ਹੈ। ਔਰ ਇਹਦੇ ਵਿੱਚ ਅਸੀਂ ਐਕਸ਼ਨ ਤੇ ਰੀਐਕਸ਼ਨ ਦਾ ਖਿਆਲ ਬਿਲਕੁਲ ਨਹੀਂ ਰੱਖਿਆ। ਸੰਤ ਜਰਨੈਲ ਸਿੰਘ ਦੀਆਂ ਇੱਕ ਖਾਸ ਘੱਟ ਗਿਣਤੀ ਦੇ ਖਿਲਾਫ ਜਿਹੜੀਆਂ ਤਕਰੀਰਾਂ ਸੀ ਉਹ ਪ੍ਰਤੀਕਿਰਿਆ ਸੀ, ਔਰ ਉਹਦੀ ਜਿਹੜੀ ਕਿਰਿਆ ਸੀ ਜਿਸ ਕਰਕੇ ਸੰਤ ਜਰਨੈਲ ਸਿੰਘ ਨੂੰ ਉਹ ਸਟੇਟਮੈਂਟ ਦੇਣੀ ਪਈ, ਉਹ ਜਿਹੜੀ ਕਿਰਿਆ ਸੀ ਮੀਡੀਆ ਨੇ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ। ਮਿਸਾਲ ਦੇ ਤੌਰ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕਹਿੰਦੀ ਹੈ ਕਿ ਭਿੰਡਰਾਂ ਵਾਲੇ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਬਾਹਰ ਸਿੱਖਾਂ ਦਾ ਭਵਿੱਖ ਕੀ ਹੋਵੇਗਾ, ਪਰ ਹੁਣ ਜੇ ਉਹਦੇ ਇਵਜ ਦੇ ਵਿੱਚ ਸੰਤ ਜਰਨੈਲ ਸਿੰਘ ਬਿਆਨ ਕਿ ਦਿੰਦੇ ਨੇ ਕਿ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ, ਜੇ ਤੂੰ ਸਿੱਖਾਂ ਨੂੰ ਧਮਕੀ ਦਿੰਨੀ ਹੈ ਤਾਂ ਪੰਜਾਬ ਦੇ ਵਿੱਚ ਵੀ ਖਿਆਲ ਕਰੀ, ਪਰ ਜਿਹੜਾ ਸੰਤ ਜਰਨੈਲ ਸਿੰਘ ਦਾ ਬਿਆਨ ਹੈ ਉਹ ਹਾਈਲਾਈਟ ਹੁੰਦਾ ਹੈ, ਉਹਨੂੰ ਬਹੁਤ ਵੱਡੇ ਰੂਪ ਦੇ ਵਿੱਚ ਇੱਕ ਖਾਸ ਗਿਣਤੀ ਦੇ ਖਿਲਾਫ, ਗੈਰ ਸਿੱਖਾਂ ਦੇ ਖਿਲਾਫ ਪ੍ਰਚਾਰਿਆ ਜਾਂਦਾ ਹੈ, ਪਰ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਕਿਰਿਆ ਦੀ ਪ੍ਰਤੀਕਿਰਿਆ ਹੈ, ਇਹ ਪ੍ਰਤੀਕਰਮ ਹੈ। ਸੋ ਜਿਹੜਾ ਕਰਮ ਹੈ ਉਸ ਨੂੰ ਮੀਡੀਆ ਨੇ ਹਮੇਸ਼ਾ ਹੀ ਰੋਕਿਆ, ਤੇ ਜਿਹੜਾ ਸੰਤ ਜਰਨੈਲ ਸਿੰਘ ਦਾ ਆਪਣੇ ਹੱਕਾਂ ਦੇ ਪ੍ਰਤੀ ਪ੍ਰਤੀਕਰਮ ਸੀ ਉਸ ਨੂੰ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਕਿ ਇੱਕ ਖਾਸ ਫਿਰਕੇ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਨਫ਼ਰਤ ਦਾ ਪਾਤਰ ਬਣਾਇਆ ਗਿਆ।